ਸਤਿ ਸ਼੍ਰੀ ਅਕਾਲ ਜੀ। ਓਵਰਥਿੰਕਿੰਗ ਪਾਰਟ 2। ਸੋ ਆਪਾਂ ਗੱਲ ਕਰਦੇ ਸੀਗੇ ਓਵਰਥਿੰਕਿੰਗ ਦੀ। ਓਵਰਥਿੰਕਿੰਗ ਕਿਸ ਕਰਕੇ ਹੁੰਦੀ ਆ। ਕਈ ਵਾਰ ਓਵਰਥਿੰਕਿੰਗ ਹੋ ਜਾਂਦੀ ਆ ਲੋਕਾਂ ਕਰਕੇ ਵੀ ਹੋ ਜਾਂਦੀ ਆ। ਕਈ ਵਾਰ ਸਾਨੂੰ ਕੋਈ ਇੱਦਾਂ ਦੀ ਗੱਲ ਕਹਿ ਦਿੰਦਾ ਜਿਹੜੀ ਸਾਡੇ ਡੀਪ ਇਨਸਾਈਡ ਅੰਦਰ ਚੱਲ ਜਾਂਦੀ ਆ ਅਤੇ ਉਹ ਵਾਰ-ਵਾਰ ਘੁੰਮਦੀ ਰਹਿੰਦੀ, ਸਾਡੇ ਮਾਇੰਡ 'ਚ ਆਉਂਦਾ ਰਹਿੰਦਾ ਕਿ ਉਹਨੇ ਇਹ ਗੱਲ ਕਿਉਂ ਕਹੀ ਜਾਂ ਉਹਦੇ ਕਹਿਣ ਦਾ ਪਿੱਛੇ ਮਕਸਦ ਕੀ ਸੀਗਾ। ਮੇਰੇ ਨਾਲ ਬਹੁਤ ਵਾਰ ਹੋਇਆ ਸੀ ਇੱਦਾਂ। ਕਈ ਵਾਰ ਕੁਛ ਲੋਕ ਇਹ ਜਾਣ ਬੁੱਝ ਕੇ ਕਰਦੇ ਆ, ਜਿਹੜੇ ਸਮਝਦੇ ਆ ਕਿ ਕਿਸੇ ਨੂੰ ਕਿੱਦਾਂ ਉਹਦੇ ਮਾਇੰਡ ਨੂੰ ਪਜ਼ਲ 'ਚ ਰੱਖਣਾ। ਜਿਹਨੂੰ ਇਸ ਗੱਲ ਦਾ ਨਹੀਂ ਪਤਾ ਉਹਦਾ ਮਾਇੰਡ ਹਮੇਸ਼ਾ ਇੱਕ ਮਾਇੰਡ ਦੇ ਥੋਟ ਆਪਸ 'ਚ ਹਮੇਸ਼ਾ ਲੜਨਗੇ ਇੱਕ ਦੂਜੇ ਨਾਲ, ਕਿਉਂਕਿ ਜਦੋਂ ਕੋਈ ਸਾਨੂੰ ਕੁਛ ਆ ਕੇ ਕਹਿ ਦਿੰਦਾ ਆ ਜੋ ਅਸੀਂ ਨਹੀਂ ਸੁਣਨਾ ਚਾਹੁੰਦੇ, ਕੁਛ ਗਲਤ ਬੋਲ ਦਿੰਦਾ ਸਾਨੂੰ, ਤਾਂ ਉਸ ਟਾਈਮ 'ਤੇ ਸਾਡਾ ਜੋ ਗੁੱਸਾ ਹੈ ਉਹ ਥੋਟਸ ਦੇ ਵਿੱਚ ਨਿਕਲਦਾ ਹੁੰਦਾ। ਜਾਂ ਤਾਂ ਆਪਾਂ ਦੂਸਰੇ ਬੰਦੇ 'ਤੇ ਕੱਢ ਦਿੰਦੇ ਹਾਂ। ਜੇ ਦੂਸਰਾ ਬੰਦਾ ਬਾਈ ਚਾਂਸ ਸਾਡੇ ਤੋਂ ਤਕੜਾ ਜਾਂ ਈਵਨ ਦੋ ਸਾਡਾ ਬੌਸ ਆ, ਜਿੱਦੇ ਥੱਲੇ ਆਪਾਂ ਅੰਡਰ ਕੰਮ ਕਰਦੇ ਪਏ ਹਾਂ, ਉੱਥੇ ਅਸੀਂ ਗੁੱਸਾ ਨਹੀਂ ਕੱਢ ਸਕਦੇ, ਤਾਂ ਉਹ ਗੁੱਸਾ ਅਸੀਂ ਆਪਣੇ ਆਪ 'ਤੇ ਕੱਢਦੇ ਹਾਂ, ਆਪਣੇ ਆਪ ਨਾਲ ਲੜ ਕੇ ਆਪਣੇ ਥੋਟਸ ਦੇ ਵਿੱਚ। ਸਾਡੇ ਮਨ ਵਿੱਚ ਚੱਲਦਾ ਹੁੰਦਾ ਕਿ ਉਹਨੇ ਮੈਨੂੰ ਇੱਦਾਂ ਇਹ ਗੱਲ ਕਿਉਂ ਕਹਿ ਦਿੱਤੀ, ਜੋ ਉਹਨੇ ਕਹੀ ਤਾਂ ਉਹਦਾ ਕਹਿਣ ਦਾ ਮਤਲਬ ਕੀ, ਉਹਦੇ ਪਿੱਛੇ ਉਹਦੀ ਇੰਨੀ ਹਿੰਮਤ ਕਿੱਦਾਂ ਹੋਊਗੀ। ਕੁਛ ਵੀ ਮਾਇੰਡ 'ਚ ਥੋਟ ਚੱਲਦੇ ਰਹਿੰਦੇ ਆ ਜੋ ਬਾਰ-ਬਾਰ ਚੱਲਦੇ ਨੇ, ਸਾਨੂੰ ਪਤਾ ਨਹੀਂ ਉਸ ਲੂਪ 'ਚੋਂ ਨਿਕਲਣਾ ਕਿੱਦਾਂ। ਉਸ ਟਾਈਮ 'ਤੇ ਗੱਲ ਦਾ ਕਲੀਅਰ ਹੋਣਾ ਬਹੁਤ ਜ਼ਰੂਰੀ ਆ। ਉਸ ਟਾਈਮ 'ਤੇ ਜੇ ਤੁਸੀਂ ਕੁਛ ਨਾ ਕੀਤਾ ਤਾਂ ਤੁਹਾਡੇ ਥੋਟਸ ਨੇ ਆਪਸ 'ਚ ਕਲੈਸ਼ ਹੋਈ ਜਾਣੇ ਥੋਟਸ ਆਈ ਜਾਣੇ ਜੇ ਤੁਸੀਂ ਕੁਛ ਨਾ ਕੀਤਾ, ਕਿਉਂਕਿ ਤੁਹਾਡੇ ਡੀਪ ਇਨਸਾਈਡ ਲੱਗਾ ਕਿ ਤੁਹਾਨੂੰ ਇਹ ਗੱਲ ਸੁਣਨੀ ਨਹੀਂ ਚਾਹੀਦੀ ਸੀ, ਫਿਰ ਵੀ ਸੁਣੀ। ਉਸ ਟਾਈਮ 'ਤੇ ਗੱਲ ਦਾ ਕਲੀਅਰ ਹੋਣਾ ਜ਼ਰੂਰੀ ਹੈ ਪਹਿਲਾਂ। ਜੇ ਤੁਸੀਂ ਗੱਲ ਕਲੀਅਰ ਕਰੋਗੇ ਤਾਂ ਮਾਇੰਡ ਥੋੜ੍ਹਾ ਜਿਹਾ ਸ਼ਾਂਤ ਹੋਊਗਾ। ਜੇ ਤੁਹਾਨੂੰ ਕਿਸੇ ਨੇ ਬੇਵਜ੍ਹਾ ਕੁਛ ਕਿਹਾ ਵਾ ਤਾਂ ਤੁਹਾਡਾ ਗੱਲ ਦਾ ਕਲੀਅਰ ਕਰਨਾ ਜ਼ਰੂਰੀ ਆ। ਪਹਿਲਾਂ ਇਹ ਕਲੀਅਰ ਕਰਨਾ ਜ਼ਰੂਰੀ ਹੈ ਕਿ ਕਿਸੇ ਨੇ ਕੁਛ ਕਿਹਾ ਵੀ ਹੈ ਜਾਂ ਕਿਸੇ ਨੇ ਤੁਹਾਨੂੰ ਉੱਦਾਂ ਹੀ ਕਹਿ ਦਿੱਤਾ ਕਿ ਹਾਂ ਜੀ ਤੀਸਰਾ ਬੰਦਾ ਤੇਰੇ ਬਾਰੇ ਇੱਦਾਂ ਗੱਲ ਕਰਦਾ ਸੀਗਾ, ਅਤੇ ਤੁਸੀਂ ਖਾਮ-ਖਾਂ ਹੀ ਗੁੱਸੇ ਹੋਈ ਜਾਂਦੇ ਆ, ਖਾਮ-ਖਾਂ ਹੀ ਆਪਣੇ ਮਾਇੰਡ ਦਾ ਪ੍ਰੈਸ਼ਰ ਕ੍ਰੀਏਟ ਕੀਤਾ। ਕੀ ਪਤਾ ਦੂਸਰਾ ਬੰਦਾ ਮਜ਼ੇ ਲੈਂਦਾ ਹੋਵੇ। ਪਹਿਲਾਂ ਕਨਫਰਮ ਕਰਨਾ ਤੀਜੇ ਬੰਦੇ ਤੋਂ ਕਿ ਉਹਨੇ ਗੱਲ ਕਹੀ ਆ। ਜੇ ਉਹਨੇ ਗੱਲ ਕਹੀ ਆ ਉਹਦੇ ਕਹਿਣ ਦਾ ਮੋਟਿਵ ਕੀ ਸੀ, ਉਹਨੇ ਕਿਸ ਤਰੀਕੇ ਨਾਲ ਕਹੀ ਆ। ਕਈ ਵਾਰ ਗੱਲ ਕਰਨ ਦਾ ਤਰੀਕਾ ਕੁਛ ਹੋਰ ਹੁੰਦਾ ਅਤੇ ਆਪਾਂ ਸਮਝ ਕਿਸੇ ਹੋਰ ਤਰੀਕੇ ਨਾਲ ਲੈਂਦੇ ਹਾਂ। ਕਈ ਵਾਰ ਕੁਛ ਗੱਲ ਹੁੰਦੀ ਆ ਜਿਹੜੀ ਫਨੀ ਵੇ ਨਾਲ ਕੀਤੀ ਹੁੰਦੀ ਆ, ਪਰ ਅਸੀਂ ਸੀਰੀਅਸ ਵੇ ਨਾਲ ਆਪਣੇ ਆਪ ਨੂੰ ਕਹਿ ਦਿੰਦੇ ਹਾਂ। ਇਸ ਲਈ ਗੱਲ ਦਾ ਪਹਿਲਾਂ ਕਲੀਅਰ ਕਰਨਾ ਜ਼ਰੂਰੀ ਆ ਕਿ ਹਾਂ ਵੀ ਉਸਨੇ ਇਹ ਗੱਲ ਕਹੀ ਆ। ਜੇ ਹਾਂ ਕਹੀ ਆ ਤਾਂ ਕਿਉਂ ਕਹੀ ਆ, ਉਹਨੂੰ ਪੁੱਛਣਾ ਕਿ ਰੀਜ਼ਨ ਕਿਹਦੇ ਪਿੱਛੇ। ਹਾਂ, ਜੇ ਉਹਦੇ ਵਿੱਚ ਮੇਰੀ ਕੋਈ ਗਲਤੀ ਹੈ ਤਾਂ ਉਸ ਗਲਤੀ ਨੂੰ ਸਮਝ ਕੇ ਠੀਕ ਕਰਨਾ ਹੁੰਦਾ। ਜੇ ਮੇਰੀ ਕੋਈ ਗਲਤੀ ਨਹੀਂ ਹੈ ਤਾਂ ਉਹਨੂੰ ਕਹਿਣਾ ਹੁੰਦਾ ਕਿ ਇਹਦੇ ਮੇਰਾ ਆਪਣਾ ਕਲੀਅਰ ਕਰਨਾ ਹੁੰਦਾ ਕਿ ਮੈਂ ਇਹ 'ਚ ਕੁਛ ਨਹੀਂ ਕੀਤਾ, ਬਾਕੀ ਤੇਰੀ ਇੱਛਾ, ਹੁਣ ਤੂੰ ਜੋ ਸਮਝਣਾ ਸਮਝ ਲੈ। ਫਿਰ ਇਹਦੇ ਨਾਲ ਕੀ ਹੁੰਦਾ ਕਿ ਤੁਸੀਂ ਆਪਣਾ ਮਾਇੰਡ ਕਲੀਅਰ ਕਰ ਲੈਂਦੇ ਆ। ਫਿਰ ਤੁਹਾਡੇ ਮਾਇੰਡ 'ਚ ਥੋਟ ਨਹੀਂ ਆਉਂਦੇ ਉਹ ਵਾਲੇ, ਕਿਉਂ? ਤੁਸੀਂ ਆਪਣੇ ਵੱਲੋਂ ਕਲੀਅਰ ਹੋ ਗਏ। ਜਿੰਨਾ ਤੁਸੀਂ ਕਲੀਅਰਟੀ ਰੱਖੋਗੇ ਉਨਾ ਹੀ ਮਾਇੰਡ ਘੱਟ ਥੋਟ ਆਉਣਗੇ, ਜਿੰਨੀ ਕੁ ਜ਼ਰੂਰਤ ਆ ਉਨੇ ਹੀ ਆਉਣਗੇ, ਓਵਰ ਨਹੀਂ ਹੋਊਗੇ। ਕੁਛ ਲੋਕ ਹੁੰਦੇ ਜਿਨ੍ਹਾਂ ਨੂੰ ਆਪਾਂ ਕੁਛ ਕਹਿ ਨਹੀਂ ਸਕਦੇ, ਸਮ ਰੀਜ਼ਨਸ ਕਰਕੇ, ਰਿਲੇਸ਼ਨਸ ਕਰਕੇ, ਸਮ ਰੀਜ਼ਨ ਕਰਕੇ। ਉੱਥੇ ਫਿਰ ਅੰਡਰਸਟੈਂਡਿੰਗ ਕੰਮ ਆਉਂਦੀ ਹੁੰਦੀ ਆ, ਕਿ ਸਮਝ ਕੰਮ ਆਉਂਦੀ ਹੁੰਦੀ ਆ ਕਿ ਹੁਣ ਜੇ ਕਿਸੇ ਨੇ ਕੁਛ ਕਹਿ ਦਿੱਤਾ, ਜੇ ਉਹਦਾ ਨੇਚਰ ਹੀ ਇੱਦਾਂ ਦਾ ਆ, ਉਹ ਸ਼ੁਰੂ ਤੋਂ ਹੀ ਇੱਦਾਂ ਹੀ ਗੱਲਾਂ ਕਰਦਾ ਆਇਆ ਅਤੇ ਉਹਨੂੰ ਬਦਲ ਨਹੀਂ ਸਕਦਾ। ਨਾ ਉਹਨੂੰ ਅਸੀਂ ਸਮਝਾ ਸਕਦੇ, ਨਾ ਉਹ ਸਮਝਣਾ ਚਾਹੁੰਦਾ। ਕੁਛ ਲੋਕ ਰਹਿੰਦੇ ਹੀ ਇੱਦਾਂ ਆ, ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਉਹ ਨਹੀਂ ਸਮਝਦੇ, ਨਾ ਉਹ ਸਮਝਣਾ ਚਾਹੁੰਦੇ। ਵਿੱਚ ਉਹਨਾਂ ਦਾ ਵੀ ਕਸੂਰ ਨਹੀਂ ਹੈਗਾ, ਮੈਂ ਗਲਤੀ ਨਹੀਂ ਕਹਿੰਦਾ ਉਹਨਾਂ ਦੀ। ਉਹ ਜਿੱਦਾਂ ਦੀ ਅਪਬ੍ਰਿੰਗਿੰਗ ਨਾਲ ਪੈਦਾ ਹੋਏ ਆ, ਜਿੱਦਾਂ ਦੇ ਮਾਹੌਲ 'ਚ ਰਹੇ ਆ, ਉਸ ਹਿਸਾਬ ਨਾਲ ਹੀ ਬਣੇ ਹੁੰਦੇ ਆ। ਫਿਰ ਉੱਥੇ ਕੀ ਕਰਨਾ, ਉੱਥੇ ਸਮਝਦਾਰੀ ਕੰਮ ਕਰਦੀ ਹੁੰਦੀ ਆ। ਉੱਥੇ ਸਮਝਣਾ ਹੁੰਦਾ ਕਿ ਇਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਇਹਨਾਂ ਤੋਂ ਸਮਝਾਉਣ ਤੋਂ ਚੰਗਾ ਕਿ ਮੈਂ ਖੁਦ ਨੂੰ ਸਮਝਾ ਲਵਾਂ ਕਿ ਇੱਦਾਂ ਦਿਆਂ ਨੂੰ ਨਹੀਂ ਸਮਝਾਉਣਾ। ਇਹ ਵੀ ਚੂਜ਼ ਕਰਨਾ ਹੁੰਦਾ ਕਿ ਇਹਨੂੰ ਸਮਝਾਉਣਾ, ਕਿਹਨੂੰ ਨਹੀਂ ਸਮਝਾਉਣਾ। ਫਿਰ ਉੱਥੇ ਅਸੀਂ ਖੁਦ ਨੂੰ ਜਦੋਂ ਸਮਝਾ ਲੈਂਦੇ ਹਾਂ ਕਿ ਉਹਦਾ ਨੇਚਰ ਹੀ ਇੱਦਾਂ ਦਾ ਆ, ਉਹਦਾ ਕੋਈ ਗੁੱਸਾ ਹੀ ਨਹੀਂ, ਉੱਥੇ ਕੀ ਤੁਸੀਂ ਇੱਕ ਪਾਵਰਫੁਲ ਟੂਲ ਯੂਜ਼ ਕਰਦੇ, ਇਗਨੋਰ। ਸਮਾਰਟ ਪੀਪਲ ਆਲਵੇਜ਼ ਨੋਜ਼ ਵੈਨ ਟੂ ਇਗਨੋਰ। ਸਮਾਰਟ ਬੰਦਿਆਂ ਨੂੰ ਪਤਾ ਹੁੰਦਾ ਕਿ ਕਦੋਂ ਇਗਨੋਰ ਕਰਨਾ। ਜਦੋਂ ਚੀਜ਼ ਤੁਹਾਡੇ ਕੰਟਰੋਲ 'ਚ ਨਹੀਂ ਹੈਗੀ, ਤੁਸੀਂ ਕਿਸੇ ਬੰਦੇ ਨੂੰ ਕੰਟਰੋਲ ਨਹੀਂ ਕਰ ਸਕਦੇ, ਇਗਨੋਰ ਕਰ ਦਿਓ, ਉਹਦਾ ਸੁਣਿਆ ਨਾ ਸੁਣਿਆ ਕਰ ਦਿਓ।
ਇੰਨਾ ਕੀ ਹੁੰਦਾ ਵਾ ਕਿ ਜਦੋਂ ਤੁਸੀਂ ਨਾ ਸੁਣਿਆ ਕਰਦੇ ਫਿਰ ਤੁਹਾਨੂੰ ਇੱਕ ਆਪਣੇ ਆਪ 'ਤੇ ਹੁੰਦਾ ਵਾ, ਤੁਹਾਡਾ ਕੰਟਰੋਲ ਤੁਹਾਡੇ ਹੱਥ 'ਚ ਆ ਗਿਆ ਕਿ ਕਿਹਦੀ ਸੁਣਨੀ ਕਿਹਦੀ ਨਹੀਂ ਸੁਣਨੀ। ਇਸ ਬਾਰੇ ਵੀ ਮੈਂ ਗੱਲ ਕਰੂੰਗਾ। ਇਹ ਵੀ ਮੈਂ ਇੱਕ ਟੂਲ ਯੂਜ਼ ਕਰਦਾ ਹੁੰਦਾ, ਲਾਈਕ ਕਿਹਦੀ ਬਿਲਕੁਲ ਨਹੀਂ ਸੁਣਨੀ, ਕਿਹਦੀ ਸੁਣਨੀ ਕਿੰਨੀ ਕੁ ਸੁਣਨੀ ਆ, ਉਹਦੀ ਵੈਲਿਊ ਆ, ਕਿਹਦੀ ਸੁਣਨੀ ਆ। ਇੱਦਾਂ ਜਦੋਂ ਤੁਸੀਂ ਕਰੋਗੇ ਤਾਂ ਤੁਹਾਡਾ ਮਾਈਂਡ ਥੋੜ੍ਹਾ ਜਿਹਾ ਸ਼ਾਂਤ ਰਹੂਗਾ, ਥੋਟਸ ਘੱਟ ਆਉਣਗੇ ਜੇ ਕੋਈ ਗੱਲ ਹੋਈ ਆ। ਕਈ ਵਾਰ ਹੁੰਦਾ ਕਿ ਸਾਡੇ ਨਾਲ ਕੁਛ ਬੁਰਾ ਹੋ ਗਿਆ ਹੁੰਦਾ ਪਾਸਟ ਵਿੱਚ, ਉਹਦੇ ਥੋਟਸ ਬਾਰ-ਬਾਰ ਆਉਂਦੇ ਰਹਿੰਦੇ ਆ। ਕੁਛ ਸਾਡੇ ਰਿਲੇਸ਼ਨਸ ਖਰਾਬ ਹੋ ਗਏ ਕਿਸੇ ਨਾਲ, ਜਾਂ ਕੁਛ ਸਾਡੇ ਨਾਲ ਐਕਸੀਡੈਂਟ ਹੋ ਗਿਆ, ਜਾਂ ਕੁਛ ਸਾਡੇ ਨਾਲ ਕਿਸੇ ਨੇ ਬੁਰਾ ਕਰਤਾ। ਬਹੁਤ ਸਾਰਾ ਫੈਕਟਰ ਹੁੰਦੇ, ਪਾਸਟ ਘੁੰਮਦਾ ਰਹਿੰਦਾ ਮਾਈਂਡ ਦੇ ਵਿੱਚ। ਐਕਚੁਅਲ ਦੇ ਵਿੱਚ ਥੋਟਸ ਪਾਸਟ ਹੀ ਹੁੰਦੇ ਆ। ਹੁਣ ਇਸ ਟਾਈਮ ਕਿਸੇ ਥੋਟ ਦੀ ਲੋੜ ਨਹੀਂ ਹੈਗੀ। ਜੋ ਮੈਂ ਬੋਲ ਰਿਹਾ ਸਭ ਮੇਰੀ ਮੈਮਰੀ ਆ, ਪਾਸਟ ਆ, ਜੋ ਮੇਰੇ ਨਾਲ ਬੀਤਿਆ ਉਹਦੇ ਵਿੱਚੋਂ ਬੋਲ ਰਿਹਾ ਮੈਂ। ਉਹੀ ਥੋਟ ਬਾਰ-ਬਾਰ ਘੁੰਮਦੇ ਹੁੰਦੇ ਆ। ਉਹ ਥੋਟ ਇਸ ਲਈ ਬਾਰ-ਬਾਰ ਆਉਂਦੇ ਆ ਕਿਉਂਕਿ ਅਸੀਂ ਉਹਨਾਂ ਤੋਂ ਕੁਛ ਸਿੱਖਦੇ ਨਹੀਂ ਪਏ। ਇਹ ਵੀ ਨੇਚਰ ਦੀ ਇੰਟੈਲੀਜੈਂਸ ਹੈ ਕਿ ਸਾਨੂੰ ਕੁਛ ਨਾ ਕੁਛ ਬਾਰ-ਬਾਰ ਇਸ ਲਈ ਬਾਰ-ਬਾਰ ਸਾਡੇ ਨਾਲ ਹੁੰਦਾ ਵਾ ਕਿਉਂਕਿ ਆਪਾਂ ਕੁਛ ਸਿੱਖਦੇ ਨਹੀਂ ਪਏ। ਜੇ ਇੱਕੋ ਚੀਜ਼ ਤੁਹਾਡੇ ਨਾਲ ਬਾਰ-ਬਾਰ ਹੋ ਰਹੀ, ਇੱਕੋ ਥੋਟ ਬਾਰ-ਬਾਰ ਆ ਰਿਹਾ, ਇਟ ਮੀਨਸ ਕਿ ਤੁਸੀਂ ਉਹਦੇ ਵਿੱਚੋਂ ਕੁਛ ਸਿੱਖਦੇ ਨਹੀਂ ਪਏ। ਜਦੋਂ ਤੁਸੀਂ ਸਿੱਖ ਲੈਂਦੇ ਉਹਦੇ ਵਿੱਚੋਂ ਤਾਂ ਤੁਸੀਂ ਗਰੋ ਹੋ ਜਾਂਦੇ। ਬੁਰੇ ਤੋਂ ਬੁਰਾ ਜਿੰਨਾ ਵੀ ਹੋਇਆ ਅੱਜ ਤੱਕ, ਉਹਦੇ ਵਿੱਚੋਂ ਜੇ ਤੁਸੀਂ ਕੁਛ ਸਿੱਖਿਆ ਵਾ ਤਾਂ ਉਹ ਥੋਟ ਦੁਬਾਰਾ ਨਹੀਂ ਆਉਂਦਾ। ਜਿੰਨਾ ਵੀ ਬੁਰੇ ਤੋਂ ਬੁਰਾ ਹੋਇਆ ਉਹਦੇ ਵਿੱਚ ਕੁਛ ਨਾ ਕੁਛ ਤਾਂ ਸੀਗਾ ਨਾ ਸਾਡੀ ਗਲਤੀ, ਕੁਛ ਨਾ ਕੁਛ ਤਾਂ ਸੀਗਾ ਨਾ, ਸਾਨੂੰ ਪਤਾ ਲੱਗਾ ਕਿ ਹਾਂ ਵੀ ਇਸ ਵਿੱਚ ਮੈਂ ਗਲਤ ਸੀਗਾ। ਉਹ ਸਿੱਖ ਲਓ ਕਿ ਉਹ ਗਲਤੀ ਦੁਬਾਰਾ ਨਹੀਂ ਕਰਨੀ। ਨੈਕਸਟ ਰਿਲੇਸ਼ਨ 'ਚ ਗਏ, ਨੈਕਸਟ ਟਾਈਮ ਕੁਛ ਵੀ ਕੀਤਾ, ਉਹ ਗਲਤੀ ਨਹੀਂ ਕਰਨੀ। ਹੁਣ ਇੱਦਾਂ ਦਾ ਕੋਈ ਹੈ ਨਹੀਂ ਜਿਹਨੇ ਗਲਤੀਆਂ ਨਾ ਕੀਤੀਆਂ ਹੋਣ, ਸਾਰੇ ਕਰਦੇ ਆ। ਆਪਾਂ ਇਨਸਾਨ ਆ, ਸਾਰੇ ਕਰਾਂਗੇ ਗਲਤੀਆਂ, ਪਰ ਗਲਤੀ ਕਰਕੇ ਸਿੱਖਣਾ ਹੁੰਦਾ। ਉਹ ਗਲਤੀ ਕਰਕੇ ਨਾ ਈਗੋ 'ਤੇ ਨਹੀਂ ਲੈ ਕੇ ਜਾਣਾ ਹੁੰਦਾ ਕਿ ਮੇਰੇ ਤੋਂ ਗਲਤੀ ਕਿੱਦਾਂ ਹੋ ਗਈ, ਮੈਂ ਕਿਉਂ ਗਲਤੀ ਕੀਤੀ। ਸਭ ਤੋਂ ਹੁੰਦੀ ਹੈ, ਇੰਨੀ ਵੱਡੀ ਗਲਤੀ ਕਿਉਂ ਹੋ ਗਈ। ਗਲਤੀ ਹੈ, ਵੱਡੀ ਛੋਟੀ ਨਹੀਂ ਹੁੰਦੀ। ਇਸ ਲਈ ਜਦੋਂ ਅਸੀਂ ਆਪਣੇ ਆਪ ਨੂੰ ਈਜ਼ੀ ਰੱਖਦੇ ਹਾਂ, ਆਪਣੇ ਆਪ ਨੂੰ ਨੋਰਮਲ ਰੱਖਦੇ ਹਾਂ ਨਾ, ਆਪਣੇ ਆਪ ਨੂੰ ਜ਼ਿਆਦਾ ਈਗੋਇਸਟਿਕ ਨਹੀਂ ਕਰਦੇ, ਤਾਂ ਫਿਰ ਅਸੀਂ ਫਲੈਕਸੀਬਲ ਹੋ ਜਾਂਦੇ ਹਾਂ। ਅਸੀਂ ਚੀਜ਼ਾਂ ਦੇ ਚੇਂਜ ਦੇ ਹਿਸਾਬ ਨਾਲ ਅਡੈਪਟ ਕਰ ਲੈਂਦੇ ਹਾਂ ਆਪਣੇ ਆਪ ਨੂੰ। ਗਲਤੀ ਹੋਊਗੀ, ਕੋਈ ਗੱਲ ਨਹੀਂ ਹੋਊਗੀ, ਈਜ਼ੀ। ਇਹਨੂੰ ਠੀਕ ਕਿੱਦਾਂ ਕਰਨਾ ਹੁਣ ਇਹ ਸੋਚਦੇ ਹਾਂ। ਠੀਕ ਕਰਨ ਦੇ ਚੱਕਰ 'ਚ ਵੀ ਪੇਸ਼ੈਂਸ ਚਾਹੀਦੀ ਹੁੰਦੀ ਆ, ਸਬਰ ਚਾਹੀਦਾ ਹੁੰਦਾ। ਕਈ ਹੁੰਦੇ ਆ ਕਿ ਕਈ ਵਾਰ ਗਲਤੀ ਹੋ ਜਾਂਦੀ ਸਾਡੇ ਕੋਲ, ਅਤੇ ਇੰਨੀ ਅਸੀਂ ਇੰਪੇਸ਼ੈਂਟਲੀ ਆਪਾਂ ਸੋਚਦੇ ਹਾਂ ਨਾ ਕਿ ਹੋਰ ਗਲਤੀ ਨੂੰ, ਇੱਕ ਗਲਤੀ ਹੋਈ ਆ ਉਹਨੂੰ ਦੁੱਗਣੀ ਕਰ ਦਿੰਦੇ ਹਾਂ। ਕਈ ਵਾਰ ਹੁੰਦਾ ਪੇਸ਼ੈਂਸ ਰੱਖਣਾ ਹੁੰਦਾ, ਸਬਰ ਰੱਖਣਾ ਹੁੰਦਾ ਥੋੜ੍ਹਾ ਜਿਹਾ। ਜਿੰਨਾ ਅਸੀਂ ਆਪਣੇ ਆਪ ਨੂੰ ਈਜ਼ੀ ਕਰਦੇ ਹਾਂ, ਓਨਾ ਹੀ ਮਾਇੰਡ ਰਿਲੈਕਸ ਹੁੰਦਾ ਰਹਿੰਦਾ ਹੈ। ਫਿਰ ਕੀ ਹੁੰਦਾ, ਜਦੋਂ ਅਸੀਂ ਫਲੈਕਸੀਬਲ ਹੁੰਦੇ ਹਾਂ, ਫਿਰ ਅਸੀਂ ਕਿਸੇ ਵੀ ਵਿਚਾਰ ਨੂੰ ਵੀ ਫੜਦੇ ਨਹੀਂਗੇ, ਉਹਨੂੰ ਵੀ ਛੱਡਦੇ ਨੇ, ਉਹਨੂੰ ਵੀ ਟਾਈਮ ਦੇ ਨਾਲ ਚੇਂਜ ਕਰ ਲੈਂਦੇ ਹਾਂ। ਬਹੁਤ ਲੋਕ ਵੀ ਇਸ ਕਰਕੇ ਫਸੇ ਹੋਏ, ਆਪਣੇ ਵਿਚਾਰਾਂ ਨੂੰ ਚੇਂਜ ਨਹੀਂ ਕਰਦੇ। ਉਹਨਾਂ ਨੂੰ ਪਤਾ ਨਹੀਂ ਚੇਂਜ ਕਿੱਦਾਂ ਕਰਨਾ। ਵਿਚਾਰਾਂ ਨੂੰ ਚੇਂਜ ਕਰਨਾ ਹੁੰਦਾ ਕਿ ਕੁਛ ਨਵਾਂ ਐਕਸਪੀਰੀਅੰਸ ਕਰਕੇ, ਕੁਛ ਨਵਾਂ ਸੁਣ ਕੇ, ਆਪਣੇ ਬਾਰੇ ਨਵਾਂ ਕੁਛ ਜਾਣ ਕੇ। ਵਿਚਾਰਾਂ ਨੂੰ ਵੀ ਟਾਈਮ ਦੇ ਨਾਲ ਬਦਲਣਾ ਹੁੰਦਾ। ਕੁਛ ਲੋਕ ਆ ਕਿ 50-60 ਸਾਲ ਦੇ ਹੋ ਗਏ, ਵਿਚਾਰ ਉਹੀ ਆ ਉਹਨਾਂ ਦੇ, ਪੁਰਾਣੇ ਜ਼ਮਾਨੇ ਵਾਲੇ। ਫਿਰ ਉਹੀ ਜਿਹੜੇ ਪੁਰਾਣੇ ਵਿਚਾਰ ਉਹੀ ਨਵੇਂ ਜ਼ਮਾਨੇ ਵਾਲੇ ਬੱਚਿਆਂ ਨੂੰ ਸਿਖਾ ਰਹੇ ਆ, ਉਹੀ ਨਵਿਆਂ ਨੂੰ ਦੱਸ ਰਹੇ ਆ। ਲਾਈਕ ਜੋ ਪੁਰਾਣੇ ਜ਼ਮਾਨੇ ਨਾਲ ਸੀਗਾ ਉਹ ਉਸ ਟਾਈਮ ਦੇ ਨਾਲ ਸਹੀ ਸੀਗਾ, ਪਰ ਜੋ ਹੁਣ ਦਾ ਟਾਈਮ ਆ, ਜੇ ਤੁਸੀਂ ਇਹਨਾਂ ਪੁਰਾਣੇ ਲਾਈਕ ਓਲਡ ਕੀਜ਼ ਵੋਂਟ ਓਪਨ ਨਿਊ ਡੋਰਸ, ਪੁਰਾਣੀ ਚਾਬੀਆਂ ਨਵੇਂ ਤਾਲੇ, ਨਵੇਂ ਦਰਵਾਜ਼ੇ ਨਹੀਂ ਖੋਲ੍ਹਦੀਆਂ। ਉਸ ਜੋ ਪੁਰਾਣਾ ਆਪਾਂ ਸੋਚਦੇ ਸੀਗੇ ਉਸ ਟਾਈਮ 'ਤੇ ਹਿਸਾਬ ਨਾਲ ਸਹੀ ਸੀਗਾ, ਪਰ ਜੋ ਅੱਜ ਦਾ ਟਾਈਮ ਆ, ਪੂਰੀ ਸੁਸਾਇਟੀ, ਪੂਰੀ ਇਨਫੋਰਮੇਸ਼ਨ ਸਾਰੀ ਚੇਂਜ ਹੋਈ ਆ। ਇਸ ਲਈ ਸਾਨੂੰ ਨਵੇਂ ਤਰੀਕੇ ਨਾਲ ਸੋਚਣਾ ਹੀ ਪੈਣਾ। ਬਾਕੀ ਮੈਂ ਪਾਰਟ 3 ਬਣਾਊਂਗਾ ਇਹਦਾ। ਨੈਕਸਟ ਵੀਡੀਓ 'ਚ ਆਪਾਂ ਡੀਪ 'ਚ ਕੱਢਾਂਗੇ ਕਿ ਇਹਦਾ ਪਰਮਾਨੈਂਟ ਸੋਲਿਊਸ਼ਨ ਕੀ ਆ। ਥੈਂਕ ਯੂ ਸੋ ਮਚ ਫॉर ਲਿਸਨਿੰਗ।